ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਬਹਿਤ ਦੂਧ ਕੀ ਨਦੀ ਬਹੁ, ਮਿਸਰੀ ਕੇ ਗਿਰਪੂਰ। ਜੈ ਸੁੰਦਰ ਨਾਰੀ ਅਦਿਕ, ਜਿਉ ਅਪਸਰ ਤਨ ਰੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ गुरु की साजी और नवाजी हुई गुरु का खास रूप गुरु खालसा साध संगत वडभागे हो। नौवें पातशाह दे पावन दरबार च इकत्तर हो के सतगुरां दे चरण छो प्राप्त इतिहासक स्थान दी चरण धूड़ प्राप्त करके आओ लड़ीवार इतिहास की कथा गुरु नानक साहब की पावन कथा आप जी सरवण कर रहे हो। कुछ समय लिए गुर इतिहास की लड़ीवार कथा नाल जुड़िए। सतगुरु जी 7 दीपां की सैर कर रहे हैं। शालमली दीप ते और इसे तरह साग दीप ते महाराज सच्चे पातशाह जी पहुंचे हैं। आओ मन बिरतियां एकागर करिए।
ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ बैत दूध की नदी बो मिसरी के गिरपुर। ਜਿਹੜੇ ਦੀਪ ਤੇ ਸਤਿਗੁਰੂ ਜੀ ਆਏ ਕਹਿੰਦੇ ਦੁੱਧ ਦੀਆਂ ਨਦੀਆਂ ਵਗਦੀਆਂ ਇੱਥੇ ਇਤਨਾ ਦੁੱਧ ਹੈ ਔਰ ਮਿਸ਼ਰੀ ਦੇ ਪਹਾੜ ਨਜ਼ਰ ਆਉਂਦੇ ਹਨ, ਸ਼ੱਕਰ ਦੇ ਪਹਾੜ ਨਜ਼ਰ ਆਉਂਦੇ ਹਨ, ਇਤਨੀ ਸ਼ੱਕਰ ਹੈ। जै सुंदर नारी अधिक ज्यों अपसरा तन रूर। ਔਰ ਇੱਥੋਂ ਦੇ ਰਹਿਣ ਵਾਲੇ ਨਰ ਨਾਰੀਆਂ ਬੜੇ ਸੁੰਦਰ ਹਨ, ਇਉਂ ਜਾਪਦਾ ਜਿਵੇਂ ਦੇਵਪੁਰੀ ਦੀਆਂ ਪਛਰਾਵਾਂ ਤੇ ਦੇਵਤੇ ਹੋਣ, ਐਸੇ ਸੁੰਦਰ ਸਰੂਪ ਹਨ। क्यों पई जिसपुर में हो तो अवनीपा। ਸਤਿਗੁਰੂ ਜੀ ਇਸ ਦੀਪ ਤੇ ਆਏ ਨੇ। ਇਸ ਦੀਪ ਦਾ ਨਾਮ ਸ਼ਾਖ ਦੀਪ ਹੈ। ਜਿਸ ਦੀਪ ਦੇ ਵਿੱਚ ਨਗਰ ਦਾ ਰਾਜਾ ਰਹਿੰਦਾ ਸੀ ਉਸ ਨਗਰ ਵਿੱਚ ਆਏ ਹਨ। बैठे तै बेदी कुल दीपा। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਜੀ ਆਣ ਕੇ ਬੈਠੇ ਨੇ ਮੱਤ ਦੇਣ ਲਈ ਇਹਨਾਂ ਨੂੰ। नाम दीप को साख बतायो। ਇਸ ਦੀਪ ਦਾ ਨਾਮ ਸ਼ਾਖ ਦੀਪ ਕਿਹਾ ਜਾਂਦਾ ਹੈ। ਭੋਗੇ ਸੁਖ ਵਿਸਾਲ ਮਨ ਪਾਇਓ। ਇੱਥੇ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਮਨ ਭਾਉਂਦੇ ਸੁਖ ਭੋਗਦੇ ਹਨ। ਗੁਰ ਅਵਲੋਕੇ ਜਬ ਨਰ ਨਾਰੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਇੱਥੋਂ ਦੇ ਨਰ ਨਾਰੀਆਂ ਨੇ ਕੀਤੇ, ਕਲਾਵਾਨ ਜਾਣੇ ਤਬ ਪਾਰੀ। ਉਹਨਾਂ ਜਾਣਿਆ ਕਿ ਸਤਿਗੁਰੂ ਜੀ ਕਲਾਵਾਨ ਪੁਰਖ ਨੇ, ਕੋਈ ਮਹਾਤਮਾ ਨੇ ਜਿਹੜੇ ਇਤਨੀ ਦੂਰੋਂ ਸਾਡੇ ਦੇਸ਼ ਵਿੱਚ ਚੱਲ ਕੇ ਆਏ ਹਨ। ਆਨ ਉਪਾਇਨ ਧਰੇ ਅਗਾਰੀ। ਉਹ ਨਰ ਨਾਰੀਆਂ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਅਰਪਣ ਕਰਦੇ ਹਨ। ਬੰਦੇ ਚਰਨ ਕਮਲ ਸੁਖਕਾਰੀ। ਮਹਾਰਾਜ ਜੀ ਦੇ ਸੁਖ ਦੇਣ ਵਾਲੇ ਸੋਹਣੇ ਚਰਨਾਂ ਕਮਲਾਂ ਤੇ ਆ ਕੇ ਬੰਦਨਾ ਕਰਦੇ। ਐਸੇ ਚਰਨ ਨੇ ਗੁਰਦੇਵ ਦੇ ਜਿਹੜੇ ਯੋਗੀਆਂ ਨੂੰ ਵੀ ਦੁਰਲਭ ਹਨ, ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੇ। ਐਸੇ ਸੋਹਣਿਆਂ ਚਰਨਾਂ ਦੇ ਉੱਤੇ ਆ ਕੇ ਨਮਸਕਾਰਾਂ ਕਰਦੇ ਹਨ। ਬਚਨ ਸੁਨਨ ਕੀ ਲਾਲਸ ਕਰਕੇ। ਸਤਿਗੁਰੂ ਜੀ ਦੇ ਬਚਨ ਸੁਣਨ ਦੀ ਲਾਲਸਾ ਆਪਣੇ ਹਿਰਦੇ 'ਚ ਧਾਰਨ ਕਰਦੇ ਹਨ। ਬੈਠੇ ਨਿਕਟ ਪਾਉ ਉਰ ਧਰ ਕੇ। ਬੜਾ ਭਾਰੀ ਪ੍ਰੇਮ ਤੇ ਭਾਵਨਾ ਹਿਰਦੇ 'ਚ ਧਾਰਨ ਕਰਕੇ ਗੁਰੂ ਪਾਤਸ਼ਾਹ ਪਾਸ ਬੈਠਦੇ ਨੇ। 300 ਬੋਲੇ ਗਿਰਾ ਗੁਸਾਈ। ਜਗਤ ਦੇ ਮਾਲਕ ਸੁਆਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਨਾਂ ਨੂੰ ਵੇਖ ਕੇ ਬੋਲੇ, ਕਹਿਣ ਲੱਗੇ ਜਪੋ ਨਾਮ ਹੋਏ ਅੰਤ ਸਖਾਈ। ਪਾਤਸ਼ਾਹ ਬਚਨ ਕਰਦੇ ਕਹਿੰਦੇ ਨਾਮ ਜਪਿਆ ਕਰੋ ਜਿਨੇ ਅੰਤ ਵੇਲੇ ਤੁਹਾਡੀ ਸਹਾਇਤਾ ਕਰਨੀ ਹੈ। ਨਾਮ ਜਪਿਆ ਕਰੋ, ਨਾਮ ਜਪੋ, ਨਾਮ ਧਿਆਵੋ, ਨਾਮ ਅਰਧ ਹੋ, ਜਿਸ ਦੀ ਬਰਕਤ ਨਾਲ ਅੰਤ ਵੇਲੇ ਤੁਹਾਡੀ ਸਹਾਇਤਾ ਹੋਵੇਗੀ। ਜੈ ਕੀ ਚੇਤਨ ਸੱਤਾ ਐਸੇ। ਪਰਮੇਸ਼ਰ ਦੀ ਜਿਹੜੀ ਚੇਤਨ ਸੱਤਾ ਹੈ ਉਹੀ ਸਾਰੇ ਜਗਤ ਵਿੱਚ ਵਿਆਪਕ ਹੈ। ਉਸੇ ਦੇ ਨਾਮ ਦੀ ਚੇਤਨ ਸੱਤਾ ਹੈ ਜਿਹੜੀ ਸਾਰੇ ਸੰਸਾਰ ਦੇ ਜੀਆਂ ਜਨਤਾ ਵਿੱਚ ਵਿਆਪਕ ਹੈ। ਹਾਰ ਪਰੇ ਸਭ ਲਖੇ ਨ ਕੈਸੇ। ਉਹਦੀ ਚੇਤਨ ਸੱਤਾ ਐਸੀ ਵਿਆਪਕ ਹੈ ਕਿ ਉਹਨੂੰ ਜਾਣਨੇ ਵਾਸਤੇ ਬੜੇ ਬੜੇ ਲੋਕ ਹਾਰ ਗਏ, ਪਰ ਉਹਦੀ ਚੇਤਨ ਸੱਤਾ ਦਾ ਅੰਤ ਨਹੀਂ ਪਾ ਸਕੇ। ਸੂਚਮ ਅਤਸ਼ੇ ਗੁਪਤ ਮਹਾਨੀ। ਪਰਮੇਸ਼ਰ ਦੀ ਉਹ ਚੇਤਨਾ ਸੂਛਮ ਤੋਂ ਸੂਛਮ ਹੈ। ਖਾਲਸਾ ਜੀ, ਧਰਤੀ ਸਥੂਲ ਹੈ, ਸਥੂਲ ਧਰਤੀ ਤੋਂ ਸੂਖਮ ਹੈ ਜਲ। ਜਲ ਧਰਤੀ ਨਾਲੋਂ ਸੂਖਮ ਹੈ। ਧਰਤੀ ਕੱਪੜੇ 'ਚ ਟਿਕ ਸਕਦੀ ਹੈ, ਚੁੱਕੇ ਮਿੱਟੀ ਤੁਸੀਂ ਕੱਪੜੇ 'ਚ ਪਾ ਕੇ ਰੱਖ ਸਕਦੇ ਹੋ, ਪਾਣੀ ਦਾ ਨਹੀਂ ਟਿਕ ਸਕਦਾ। ਪਾਣੀ ਧਰਤੀ ਨਾਲੋਂ ਵੱਧ ਸੂਖਮ ਹੈ। ਪਾਣੀ ਤੋਂ ਸੂਖਮ ਹੈ ਅਗਨੀ। ਪਾਣੀ ਨੂੰ ਤੁਸੀਂ ਘੜੇ 'ਚ ਰੱਖ ਸਕਦੇ ਹੋ, ਅੱਗ ਨੂੰ ਨਹੀਂ ਰੱਖ ਸਕਦੇ। ਅੱਗ ਪਾਣੀ ਨਾਲੋਂ ਵੀ ਵੱਧ ਹੈ। ਅਗਨੀ ਨਾਲੋਂ ਸੂਖਮ ਹੈ ਵਾਯੂ। ਅੱਗ ਨੂੰ ਤੁਸੀਂ ਵੇਖ ਸਕਦੇ ਹੋ, ਵਾਯੂ ਨੂੰ ਵੇਖ ਨਹੀਂ ਸਕਦੇ। ਅੱਗ ਨਾਲੋਂ ਕਈ ਗੁਣਾ ਵੱਧ ਹੈ ਤੇ ਸੂਖਮ ਵਾਯੂ ਹੈ। ਹੁਣ ਹਵਾ ਨਾਲੋਂ ਸੂਖਮ, ਹਵਾ ਨੂੰ ਤੁਸੀਂ ਚਮੜੀ ਨਾਲ ਛੂ ਸਕਦੇ ਸਪਰਸ਼ ਕਰਕੇ, ਪਰ ਆ ਜਿਹੜਾ ਆਕਾਸ਼ ਹੈ ਇਹਨੂੰ ਤੁਸੀਂ ਚਮੜੀ ਨਾਲ ਸਪਰਸ਼ ਨਹੀਂ ਕਰ ਸਕਦੇ। ਇਹ ਵਾਯੂ ਨਾਲੋਂ ਵੀ ਅਤੀ ਸੂਖਮ ਹੈ ਔਰ ਆਕਾਸ਼ ਕਈ ਗੁਣਾ ਵੱਧ ਹੈ ਵਾਯੂ ਨਾਲੋਂ। ਇੱਕ ਮੰਡਲ ਐਸਾ ਆਕਾਸ਼ ਦਾ ਜਿੱਥੇ ਹਵਾ ਹੈ ਹੀ ਨਹੀਂ। ਆਕਾਸ਼ ਉਹਦੇ ਨਾਲੋਂ ਵੀ ਵਿਆਪਕ ਔਰ ਸੂਖਮ ਹੈ। ਹੁਣ ਆਕਾਸ਼ ਨੂੰ ਵੀ ਤੁਸੀਂ ਜਾਣ ਸਕਦੇ ਹੋ, ਮਨ ਕਰਕੇ ਮਹਿਸੂਸ ਕਰ ਸਕਦੇ ਹੋ ਵੀ ਆਲੇ ਦੁਆਲੇ ਆਕਾਸ਼ ਹੈ, ਖਾਲੀ ਜਗ੍ਹਾ ਹੈ। ਇਸ ਤੋਂ ਸੂਖਮ ਹੈ ਅਵਿਦਿਆ, ਅਗਿਆਨ। ਉਹ ਇਹਦੇ ਤੋਂ ਵੀ ਵੱਧ ਸੂਖਮ ਹੈ।
ਅਗਿਆਨ ਨੂੰ ਤੁਸੀਂ ਮਨ ਕਰਕੇ ਵੀ ਨਹੀਂ ਬੁੱਝ ਸਕਦੇ ਕਿ ਮੈਂ ਗਿਆਨ ਨੂੰ ਜਾਣ ਸਕਦਾ ਹਾਂ, ਇਤਨਾ ਸੂਖਸ਼ਮ ਹੈ। ਅਗਿਆਨ ਤੋਂ ਪਰੇ ਜਦੋਂ ਪਰਦਾ ਗਿਆਨ ਦਾ ਦੂਰ ਹੁੰਦਾ, ਉਹਦੇ ਤੋਂ ਵੀ ਵੱਧ ਸੂਖਸ਼ਮ ਹੈ ਪ੍ਰਮਾਤਮਾ ਦੀ ਚੇਤਨਾ, ਉਹ ਹੋਰ ਸੂਖਸ਼ਮ ਹੈ। ਏਦਾਂ ਸੂਖਸ਼ਮ ਤੇ ਸੂਖਸ਼ਮ ਕਰ ਚੀਨੋ ਬਿਰਦਨ ਬਿਰਦ ਬਤਾਏ। ਸੂਖਸ਼ਮ ਤੋਂ ਸੂਖਸ਼ਮ ਅਕਾਲ ਪੁਰਖ ਦੀ ਚੇਤਨਾ ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ। ਮੁਨ ਜਨ ਸਭੇ ਬੇਅੰਤ ਬਖਾਨੇ। ਮੁਨੀ ਜਨ ਤਪਸਵੀ ਰਿਸ਼ੀ ਸਭ ਕਹਿੰਦੇ ਨੇ, ਹੇ ਪ੍ਰਭੂ ਤੂੰ ਬੇਅੰਤ ਹੈ, ਹੇ ਪ੍ਰਭੂ ਤੂੰ ਬੇਅੰਤ ਹੈ, ਤੇਰੀ ਚੇਤਨਾ ਬੇਅੰਤ ਹੈ। ਜੈ ਸਮਾਨ ਪੁਨ ਪ੍ਰਗਟ ਨ ਕੋ। ਜਿਸ ਦੇ ਵਿੱਚ ਸੂਖਮ ਵੀ ਹੈ ਤੇ ਪ੍ਰਗਟ ਵੀ ਹੈ, ਸਥੂਲ ਵੀ ਹੈ ਨਾ। ਕਹਿੰਦੇ ਜਿਸ ਦੇ ਸਮਾਨ ਕੋਈ ਪ੍ਰਗਟ ਵੀ ਨਹੀਂ ਸੰਸਾਰ ਵਿੱਚ। ਰੂਪ ਅਚਰਜ ਜਾਣੀਏ ਸੋ। ਉਹਦਾ ਰੂਪ ਅਚਰਜ ਹੈ, ਵਿਸਮਾਦਮਈ ਹੈ। ਆਕਾਸ਼ ਉਹਦੇ ਸਿਰ ਹੈ, ਪਾਤਾਲ ਉਹਦੇ ਪੈਰ ਨੇ, ਧਰਤੀ ਉਹਦਾ ਪ੍ਰਿਸ਼ਟ ਭਾਗ ਹੈ, ਪਹਾੜ ਉਹਦੀਆਂ ਹੱਡੀਆਂ ਨੇ, ਨਦੀਆਂ ਉਹਦੀਆਂ ਨਾੜਾਂ ਨੇ, ਧਵਨੀਆਂ ਨੇ, ਜਿੰਨੇ ਬਨਸਪਤੀ ਆ ਉਹਦੇ ਸਰੀਰ ਦੇ ਰੋਮ ਨੇ, ਸੂਰਜ ਤੇ ਚੰਦਰਮਾ ਉਹਦੇ ਨੇਤਰ ਨੇ, ਅਗਨੀ ਉਹਦਾ ਮੁੱਖ ਹੈ, ਸਮੁੰਦਰ ਉਹਦਾ ਪੇਟ ਹੈ। ਇਹ ਉਹਦਾ ਵਿਰਾਟ ਰੂਪ ਹੈ ਅਕਾਲ ਪੁਰਖ ਪਰਮੇਸ਼ਰ ਦਾ। ਕਹਿੰਦੇ ਐਸੇ ਵਿਰਾਟ ਸਵਰੂਪ ਨੂੰ ਵੇਖੀਏ ਤੇ ਅਚਰਜ ਹੁੰਦਾ ਹੈ, ਮਨ ਚ ਵਿਸਮਾਦ ਹੁੰਦਾ ਹੈ। ਜਿਸ ਬਿਨ ਸਰਬ ਰਖੀਕ ਜਿਆਹੀ। ਕਹਿੰਦੇ ਉਸ ਪਰਮਾਤਮਾ ਦੀ ਚੇਤਨ ਸੱਤਾ ਤੋਂ ਬਿਨਾਂ ਇਹ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਹਨ, ਚਾਹੇ ਅੱਖਾਂ ਨੇ, ਨਾਸਕਾ ਹੈ, ਹੱਥ ਪੈਰ, ਜਿੰਨੀਆਂ ਵੀ ਇੰਦਰੀਆਂ, ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ ਹਨ, ਕਿਰਿਆ ਏਕ ਕਰ ਸਕਹੀ ਨਾਈ। ਪਰਮਾਤਮਾ ਦੀ ਚੇਤਨਾ ਤੋਂ ਬਿਨਾਂ ਕੋਈ ਵੀ ਇੰਦਰੀ ਕਿਰਿਆ ਨਹੀਂ ਕਰ ਸਕਦੀ। ਅੱਖਾਂ ਵੇਖਦੀਆਂ ਨੇ ਉਹਦੀ ਚੇਤਨਾ ਕਰਕੇ, ਕੰਨ ਸੁਣਦੇ ਨੇ ਉਹਦੀ ਚੇਤਨਾ ਕਰਕੇ, ਜ਼ੁਬਾਨ ਬੋਲਦੀ ਆ ਉਹਦੀ ਚੇਤਨਾ ਕਰਕੇ। ਉਹਦੀ ਚੇਤਨਾ ਤੋਂ ਬਿਨਾਂ ਇਹ ਇੰਦਰੀਆਂ ਨਿਸ਼ਕਿਰਿਆ ਨੇ, ਕੁਝ ਨਹੀਂ ਕਰ ਸਕਦੀਆਂ। ਗੁਪਤ ਪ੍ਰਗਟ ਅਤ ਸਤਿਆ ਜਾਈ। ਉਹਦੀ ਸੱਤਿਆ ਗੁਪਤ ਵੀ ਹੈ ਔਰ ਉਹਦੀ ਸੱਤਿਆ ਪ੍ਰਗਟ ਰੂਪ ਵਿੱਚ ਵੀ ਵਿਆਪਕ ਹੈ। ਸਮਤਾ ਕੋ ਨ ਸਕੇ ਕਰ ਤਾਈ। ਉਹਦੀ ਬਰਾਬਰੀ ਹੈ ਭਾਈ ਕੋਈ ਨਹੀਂ ਕਰ ਸਕਦਾ, ਉਹਦੀ ਸਮਤਾ ਕੋਈ ਨਹੀਂ ਕਰ ਸਕਦਾ। ਤੈਂ ਕੀ ਸ਼ਰਨ ਪਰੋ ਸੁਖ ਪਾਵੋ। ਇਹ ਭਾਈ ਉਸ ਦੀ ਸ਼ਰਨ ਪਵੋ, ਜਿਹੜਾ ਸਰਬ ਥਾਈਂ ਵਿਆਪਕ ਹੈ, ਉਹਦੀ ਸ਼ਰਨ ਚ ਪਵੋ। ਔਰ ਜਦੋਂ ਉਹਦੀ ਸ਼ਰਨ ਚ ਪਵੋਗੇ ਤਾਂ ਸੁਖ ਪ੍ਰਾਪਤ ਕਰੋਗੇ। ਉਹ ਸੁਖ ਸਾਗਰ ਹੈ, ਉਸ ਸੁਖ ਸਾਗਰ ਦੀ ਸ਼ਰਨ ਵਿੱਚ ਪਵੋ, ਉਹਦੀ ਸ਼ਰਨ ਨੂੰ ਗ੍ਰਹਿਣ ਕਰੋ। ਮਨ ਮਲੀਨਤਾ ਸਰਬ ਮਿਟਾਵੋ। ਔਰ ਆਪਣੇ ਮਨ ਦੀ ਜਿਹੜੀ ਮਲੀਨਤਾ ਆਈ ਹੈ, ਮੈਲਾਪਨ ਹੈ, ਇਹਨੂੰ ਨਿਵਾਰੋ, ਇਹਨੂੰ ਦੂਰ ਕਰੋ। ਵਿਸ਼ੇ ਆਨੰਦ ਅਲਪ ਪਹਿਚਾਨੋ। ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰਾਂ ਦਾ ਆਨੰਦ ਹੈ ਨਾ, ਮਹਾਰਾਜ ਜੀ ਕਹਿੰਦੇ ਅਲਪ ਹੈ। ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭੰਨੀਐ। ਇਹ ਸੰਸਾਰ ਦੇ ਜਿਹੜੇ ਵਿਸ਼ੇ ਸੁੱਖ ਨੇ ਵਿਕਾਰਾਂ ਦੇ, ਇਹ ਅਲਪ ਸੁੱਖ ਹੈ, ਥੋੜੇ ਸਮੇਂ ਲਈ ਸੁੱਖ ਦਿੰਦੇ ਹਨ। ਨੀਰ ਕਟੋਰੇ ਕੇ ਸਮ ਮਾਨੋ। ਇਹ ਇਸ ਤਰ੍ਹਾਂ ਸਮਝ ਲਓ ਜਿਵੇਂ ਤੁਸੀਂ ਇੱਕ ਛੋਟੇ ਜਿਹੇ ਕਟੋਰੇ 'ਚ ਪਾਣੀ ਭਰਿਆ ਤੇ ਕਟੋਰੇ 'ਚ ਧਰਿਆ ਹੋਇਆ ਜਿਹੜਾ ਪਾਣੀ ਹੈ, ਨਸ਼ਟ ਝੂਠ ਸੀਤੇ ਉਸ਼ਨਾਦਿਕ। ਉਹ ਡੁੱਲ ਵੀ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਉਹ ਛੇਤੀ ਗਰਮ ਵੀ ਹੋ ਜਾਂਦਾ, ਠੰਡਾ ਵੀ ਹੋ ਜਾਂਦਾ। ਥੋੜਾ ਜਿਹਾ ਪਾਣੀ ਹੈ ਨਾ ਕਟੋਰੇ 'ਚ, ਉਹ ਝੂਠਾ ਵੀ ਹੋ ਜਾਂਦਾ। ਕੋਈ ਜਾਨਵਰ ਵੀ ਝੂਠਾ ਕਰ ਸਕਦਾ ਉਹਨੂੰ, ਉਹ ਡੁੱਲ ਵੀ ਜਾਂਦਾ, ਉਹ ਗਰਮ ਵੀ ਹੋ ਜਾਂਦਾ ਪਿਆ ਬਾਹਰ ਧੁੱਪ 'ਚ, ਤੇ ਠੰਡ 'ਚ ਪਿਆ ਠੰਡਾ ਹੋ ਜਾਂਦਾ, ਉਹ ਬਦਲਦਾ ਰਹਿੰਦਾ ਹੈ। ਇਸ ਮੈਂ ਦੁੱਖ ਲਖੋ ਇਤਿਆਦਿਕ। ਤਾਂ ਉਸ ਕਟੋਰੇ ਦੇ ਪਾਣੀ 'ਚ ਦੋਸ਼ ਨੇ ਕਿਤਨੇ ਹੀ ਮਿਲੇ ਹੋਏ। ਬਹੁਰ ਸੁਨੋ ਭਜਨ ਆਨੰਦ ਜੋ। ਔਰ ਇਸੇ ਤਰ੍ਹਾਂ ਜਿਹੜੇ ਸੰਸਾਰ ਦੇ ਸੁੱਖ ਨੇ ਨਾ, ਉਹ ਇਸੇ ਤਰ੍ਹਾਂ ਕਟੋਰੇ ਦੇ ਪਾਣੀ ਵਾਂਗੂ ਨੇ, ਥੋੜੇ ਜਿੰਨੇ, ਉਹ ਖਤਮ ਹੋ ਜਾਂਦੇ ਆ ਥੋੜੇ ਸਮੇਂ ਦੇ। ਉਸ ਤੋਂ ਬਾਅਦ ਹੈ ਭਜਨਾਨੰਦ। ਇੱਕ ਹੈ ਵਿਸ਼ਿਆਨੰਦ। ਵਿਸ਼ਿਆਨੰਦ ਕਟੋਰੇ ਦੇ ਪਾਣੀ ਵਾਂਗੂ ਹੈ। ਦੂਸਰਾ ਹੈ ਭਜਨਾਨੰਦ, ਜਿਹੜਾ ਪਰਮੇਸ਼ਰ ਦੇ ਭਜਨ ਦਾ ਆਨੰਦ ਲੈਣਾ ਹੈ। ਨਦੀ ਨੀਰ ਲਖੀਏ ਜਿਉ ਸੋ। ਉਹ ਇਸ ਤਰ੍ਹਾਂ ਜਿਵੇਂ ਕਿਸੇ ਨਦੀ ਦਾ ਪਾਣੀ ਹੋਵੇ। ਭਜਨ ਦਾ ਜਿਹੜਾ ਆਨੰਦ ਹੈ ਨਾ, ਉਹ ਚਲਦੀ ਨਦੀ ਤੇ ਚਲਦੇ ਦਰਿਆ ਦੇ ਪਾਣੀ ਵਾਂਗੂ ਸਮਝ ਲਓ। ਬਡਨ ਕਟਨ ਤਾਮੇ ਏ ਹੋਵਤ। ਪਰ ਉਹ ਨਦੀ ਦੇ ਵਿੱਚ ਵੀ ਕਦੇ ਉਹ ਨਦੀ ਦਾ ਪਾਣੀ ਵੱਧ ਜਾਂਦਾ ਤੇ ਕਦੇ ਘਟ ਵੀ ਜਾਂਦਾ। ਨਦੀ ਦਾ ਪਾਣੀ ਇੱਕ ਜਿਹਾ ਤਾਂ ਨਹੀਂ ਰਹਿੰਦਾ, ਪਿੱਛੇ ਮੀਂਹ ਪੈ ਜੇ ਤੇ ਵੱਧ ਜਾਂਦਾ, ਨਾ ਪਵੇ ਤੇ ਘਟ ਜਾਂਦਾ, ਉਹ ਇੱਕੋ ਜਿਹਾ ਨਹੀਂ ਰਹਿੰਦਾ। ਪਾਚਲ ਦੋਖਨ ਕੋ ਸਭ ਖੋਵਤ। ਪਰ ਉਹ ਖਤਮ ਨਹੀਂ ਹੁੰਦਾ। ਜਿਵੇਂ ਕਟੋਰੇ ਦਾ ਪਾਣੀ ਝੂਠਾ ਹੋ ਜਾਂਦਾ ਹੈ, ਖਤਮ ਹੋ ਜਾਂਦਾ ਥੋੜਾ,
ਏਦਾਂ ਨਦੀ ਦੇ ਪਾਣੀ 'ਚ ਉਹ ਦੋਸ਼ ਨਹੀਂ ਹਨ। ਵਿਸ਼ੇ ਆਨੰਦ ਕਟੋਰੇ ਦੇ ਪਾਣੀ ਵਾਂਗੂ ਨੇ, ਜਿਹੜਾ ਪਰਮੇਸ਼ਰ ਦੇ ਭਜਨ ਦਾ ਆਨੰਦ ਆ ਉਹ ਨਦੀ ਦੇ ਪਾਣੀ ਵਾਂਗੂ ਹੈ, ਦਰਿਆ ਦੇ ਪਾਣੀ ਵਾਂਗੂ ਹੈ। ਪੁਨ ਗਿਆਨਾਨੰਦ ਜਾਨੋ ਐਸੇ। ਤੀਜਾ ਹੈ ਗਿਆਨਾਨੰਦ। ਗਿਆਨ ਦੀ ਅਵਸਥਾ 'ਚ, ਜਿਹਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਆ, ਉੱਥੇ ਜਾ ਕੇ ਸੁਰਤ ਟਿਕ ਜਾਣੀ। ਭਜਨ ਆਨੰਦ ਤੋਂ ਬਾਅਦ ਬ੍ਰਹਮ ਗਿਆਨ ਹੈ ਨਾ। ਜਦੋਂ ਬ੍ਰਹਮ ਗਿਆਨ ਦੀ ਅਵਸਥਾ ਨੂੰ ਕੋਈ ਪ੍ਰਾਪਤ ਹੋ ਜਾਂਦਾ, ਉਹ ਇਸ ਤਰ੍ਹਾਂ ਸਮਝ ਲਓ, ਸਾਗਰ ਜਲ ਅਪਾਰ ਹੋਏ ਜੈਸੇ। ਉਹ ਸਮੁੰਦਰ ਦੇ ਪਾਣੀ ਵਾਂਗੂ ਅਪਾਰ ਹੈ, ਉਹ ਨਾ ਘਟਦਾ ਨਾ ਵੱਧਦਾ, ਇੱਕੋ ਜਿਹਾ ਰਹਿੰਦਾ ਹੈ। ਨਦੀ ਦਾ ਪਾਣੀ ਘਟ ਵੀ ਜਾਂਦਾ, ਵੱਧ ਵੀ ਜਾਂਦਾ। ਭਜਨ ਕਦੇ ਵੱਧ ਵੀ ਹੋ ਜਾਂਦਾ, ਕਦੇ ਘਟ ਵੀ ਜਾਂਦਾ। ਅਸੀਂ ਅੱਗੇ ਆਪਸ ਵਿੱਚ ਗੱਲਾਂ ਕਰਦੇ ਹੀ ਆ ਨਾ, ਕਹਿੰਦੇ ਜੀ ਪਹਿਲਾਂ ਚੰਗਾ ਪਾਠ ਪੂਜਾ ਕਰ ਲੈਂਦੇ ਸੀ, ਹੁਣ ਘਟ ਗਿਆ। ਕਹਿੰਦੇ ਜੀ ਪਹਿਲਾਂ ਘਟ ਸੀ, ਹੁਣ ਕਿਰਪਾ, ਘਟਦਾ ਵੱਧਦਾ ਰਹਿੰਦਾ ਨਾ, ਸਦਾ ਤਾਂ ਨਹੀਂ ਇੱਕੋ ਜਿਹਾ ਰਹਿੰਦਾ। ਨਦੀ ਦੇ ਪਾਣੀ ਵਾਂਗੂ ਹੈ। ਪਰ ਜਿਹੜਾ ਬ੍ਰਹਮ ਗਿਆਨ ਦਾ ਆਨੰਦ ਹੈ ਨਾ, ਉਹ ਸਮੁੰਦਰ ਦੇ ਪਾਣੀ ਵਾਂਗੂ ਨਾ ਵੱਧਦਾ ਤੇ ਨਾ ਘਟਦਾ, ਉਹ ਸਦਾ ਇੱਕ ਰਸ ਰਹਿੰਦਾ। ਉਹ ਬ੍ਰਹਮ ਗਿਆਨ ਦਾ ਆਨੰਦ ਹੈ, ਉਹਨੂੰ ਬ੍ਰਹਮਾਨੰਦ ਕਹਿੰਦੇ ਹਨ। ਦੋਖ ਬਹੀਨ ਸਦਾ ਇੱਕ ਸਾਰਾ। ਉਹਦੇ 'ਚ ਕਦੇ ਕੋਈ ਦੋਖ ਨਹੀਂ ਹੈ, ਉਹ ਸਦਾ ਇੱਕ ਸਾਰ ਰਹਿੰਦਾ ਹੈ। ਜੇ ਪਾਵੇਂ ਤੇ ਤਰੇ ਸੰਸਾਰਾ। ਜਿਹੜੇ ਉਸ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਨੇ, ਉਹ ਇਸ ਸੰਸਾਰ ਤੋਂ ਤਰ ਜਾਂਦੇ ਹਨ। ਤਰਿਓ ਬ੍ਰਹਮ ਗਿਆਨੀ। ਪਾਤਸ਼ਾਹ ਦੇ ਬਚਨ ਰੋਜ਼ ਪੜ੍ਹਦੇ ਆ ਨਾ, ਆਪ ਜੀ, ਉਹ ਸੰਸਾਰ ਵਿਕਾਰ ਸੰਸੇ। ਤਰਿਓ ਬ੍ਰਹਮ ਗਿਆਨੀ। ਕੌਣ ਤਰਦਾ? ਜਿਹੜਾ ਬ੍ਰਹਮ ਗਿਆਨੀ ਹੈ, ਉਹ ਇਹ ਸੰਸਾਰ ਤੋਂ ਤਰਦਾ ਹੈ। ਜਾਂ ਤੁਮ ਜਪ ਕਰ ਸ਼੍ਰੀ ਰਾਮੋ। ਅੱਜ ਕੱਲ ਕਹਿੰਦੇ ਆ ਬ੍ਰਹਮ ਗਿਆਨੀ ਹੁੰਦੇ ਹੀ ਨਹੀਂ, ਜਿਹੜੇ ਤਰਕ ਕਰਨ ਵਾਲੇ ਆ। ਜੇ ਹੁੰਦੇ ਹੀ ਨਹੀਂ ਤੇ ਫਿਰ ਸਤਿਗੁਰੂ ਜੀ ਕਿਵੇਂ ਕਹਿੰਦੇ ਆ ਵੀ ਤਰਦੇ ਆ ਬ੍ਰਹਮ ਗਿਆਨੀ? ਜਾਂ ਗੁਰੂ ਸਾਹਿਬ ਦੀ ਮੰਨੀਏ, ਜਾਂ ਫਿਰ ਇਹਨਾਂ ਦੀ ਘਰੜ ਗਿਆਨੀਆਂ ਦੀ ਮੰਨੀਏ। ਗੁਰੂ ਪਾਤਸ਼ਾਹ ਕਹਿੰਦੇ ਆ ਤਰਦੇ ਨੇ ਬ੍ਰਹਮ ਗਿਆਨੀ, ਜਿਹੜੇ ਬ੍ਰਹਮ ਗਿਆਨ ਨੂੰ ਧਾਰਨ ਕਰਨ ਵਾਲੇ ਆ, ਉਹ ਤਰਦੇ ਆ। ਇਸ ਕਰਕੇ ਭਾਈ ਸ਼ੰਕੇ ਨਹੀਂ ਕਰਨੇ, ਕਿੰਤੂ ਪਰੰਤੂ ਨਹੀਂ ਕਰਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਹਮ ਗਿਆਨ ਨੂੰ ਧਾਰਨ ਕਰਦਾ, ਉਹ ਇਸ ਸੰਸਾਰ ਤੋਂ ਤਰ ਜਾਂਦਾ। ਇਸ ਕਰਕੇ ਭਜਨ ਕਰਿਆ ਕਰੋ, ਪਰਮੇਸ਼ਰ ਦਾ ਨਾਮ ਜਪਿਆ ਕਰੋ। ਪਾਏ ਗਿਆਨ ਪਹੁੰਚੇ ਸੁਖ ਧਾਮੋ। ਤੁਹਾਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ ਔਰ ਤੁਸੀਂ ਸੁਖ ਧਾਮ ਨੂੰ ਪ੍ਰਾਪਤ ਹੋਵੋਗੇ। ਇਹ ਤਨ ਕਰਮ ਤਰੋਵਰ ਜਾਨੋ। ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਸਮਝ ਲਓ ਵੀ ਆਹ ਜਿਹੜਾ ਸਰੀਰ ਹੈ ਨਾ, ਇਹ ਕਰਮਾਂ ਦਾ ਦਰਖਤ ਹੈ। ਕਰਮ ਤਰੋਵਰ, ਜਿਹੜੇ ਕੀਤੇ ਕਰਮ ਨੇ, ਉਹਦਾ ਇਹ ਦਰਖਤ ਬਣਿਆ ਹੈ। ਹੋਏ ਅਰੋਗਤਾ ਸਾਖਾ ਮਾਨੋ। ਜਿਹੜੀ ਇਸ ਸਰੀਰ ਨੂੰ ਤੰਦਰੁਸਤੀ ਮਿਲੀ ਹੈ, ਉਹ ਮੰਨ ਲਓ ਇਸ ਦਰਖਤ ਦੀਆਂ ਟਾਹਣੀਆਂ ਨੇ। ਇਹ ਸਰੀਰ ਕਰਮਾਂ ਦਾ ਮਿਲਿਆ ਨਾ, ਕਰਮਾਂ ਦਾ ਇਹ ਬਣਿਆ ਸਰੀਰ ਦਰਖਤ ਹੈ। ਔਰ ਦਰਖਤ ਨੂੰ ਟਹਿਣੀਆਂ ਵੀ ਹੁੰਦੀਆਂ ਨੇ। ਟਹਿਣੀਆਂ ਕਿਹੜੀਆਂ ਨੇ? ਜਿਹੜੀ ਤੰਦਰੁਸਤੀ ਆ, ਅਰੋਗਤਾਈ। ਕਹਿੰਦੇ ਇਹ ਇਸ ਦਰਖਤ ਦੀਆਂ ਟਾਹਣੀਆਂ ਹਨ। ਜਲ ਸਿੰਚਨ ਕਰਨੋ ਧਰਮ ਹੀ ਕਾ। ਹੁਣ ਧਰਮ ਰੱਖਣਾ, ਧਰਮੀ ਬਣਨਾ, ਅੰਮ੍ਰਿਤ ਵੇਲੇ ਉੱਠਣਾ, ਧਰਮ ਕਰਮ 'ਚ ਪ੍ਰਵਿਰਤ ਹੋਣਾ, ਉਹ ਇਸ ਦਰਖਤ ਨੂੰ ਪਾਣੀ ਲਾਣ ਦੇ ਤੁੱਲ ਹੈ, ਸਿੰਚਣ ਦੇ ਤੁੱਲ ਹੈ। ਉਹ ਇਸ ਦਰਖਤ ਨੂੰ ਸਿੰਚਣ ਦੇ ਤੁੱਲ ਹੈ। ਸਿਮਰਨ ਨਾਮ ਪੁਸ਼ਪ ਪਾਨੀ ਕਾ। ਜਦੋਂ ਨਾਮ ਸਿਮਰਨਾ, ਵਾਹਿਗੁਰੂ 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 ਕਹਿੰਦੇ, ਉਹ ਇਸ ਦਰਖਤ ਨੂੰ ਫੁੱਲ ਲੱਗਣੇ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਇਸ ਸਰੀਰ ਰੂਪੀ ਦਰਖਤ ਨੂੰ ਫੁੱਲ ਲੱਗਣੇ ਆ। ਜਦੋਂ ਤੁਸੀਂ ਸਿਮਰਨ ਕਰਨਾ, ਭਜਨ ਕਰਨਾ, ਉਹ ਕੀਤਾ ਹੋਇਆ ਭਜਨ ਇਸ ਸਰੀਰ ਤੇ ਲੱਗੇ ਹੋਏ ਫੁੱਲਾਂ ਦੇ ਸਮਾਨ ਹੈ। ਭਇਓ ਗਿਆਨ ਫਲ ਲਾਗਿਓ ਰੂਰਾ। ਫੁੱਲ ਜਿਹੜੇ ਨੇ ਉਹ ਫਲ ਵੀ ਬਣਦਾ ਨਾ, ਫੁੱਲਾਂ ਦਾ ਹੀ ਫਲ ਬਣਦਾ। ਕਹਿੰਦੇ ਜਦੋਂ ਗਿਆਨ ਹੋ ਗਿਆ, ਕਹਿੰਦੇ ਫਿਰ ਸਮਝ ਲਓ ਵੀ ਫਲ ਲੱਗ ਗਿਆ ਤੇ ਉਹ ਫਲ ਤੁਹਾਨੂੰ ਪ੍ਰਾਪਤ ਹੋ ਗਿਆ। ਕੈਸਾ ਸੁੰਦਰ ਪ੍ਰਮਾਣ, ਦ੍ਰਿਸ਼ਟਾਂਤ ਵੇਖੋ। ਇਹ ਸਰੀਰ ਕਰਮਾਂ ਦਾ ਦਰਖਤ ਹੈ ਔਰ ਅਰੋਗਤਾਈ ਜਿਹੜੀ ਹੈ, ਤੰਦਰੁਸਤੀ ਮਿਲੀ ਹੋਈ ਆ। ਸਾਡੇ ਬੈਠੇ ਆ ਤੰਦਰੁਸਤਾਂ ਤਦ ਹੀ ਬੈਠੇ ਆ, ਗੁਰੂ ਸਾਹਿਬ ਨੇ ਅਰੋਗਤਾਈ ਦਿੱਤੀ ਹੈ। ਇਹ ਜਿਹੜੀ ਤੰਦਰੁਸਤੀ, ਇਹ ਟਾਹਣੀਆਂ ਨੇ ਇਸ ਦਰਖਤ ਦੀਆਂ। ਔਰ ਜਿਹੜਾ ਧਰਮੀ ਕੰਮ ਕਰ ਰਹੇ ਹੋ, ਕਥਾ ਸੁਣ ਰਹੇ ਹੋ, ਕੀਰਤਨ ਸੁਣਦੇ ਹੋ, ਇਹ ਇਸ ਨੂੰ ਜਲ ਸਿੰਚਣ ਦੇ ਤੁੱਲ ਹੈ। ਔਰ ਜਿਹੜਾ ਰੱਬ ਰੱਬ ਕਰਨਾ, ਵਾਹਿਗੁਰੂ ਵਾਹਿਗੁਰੂ, ਇਹ ਫੁੱਲ ਨੇ। ਔਰ ਇਹਨਾਂ ਫੁੱਲਾਂ ਤੋਂ ਬਾਅਦ ਭਜਨ ਕਰਦਿਆਂ ਕਰਦਿਆਂ ਇਹ ਫੁੱਲਾਂ ਨੇ ਹੀ ਫਲ ਬਣਨਾ। ਉਹ ਫਲ ਹੋਣਾ ਗਿਆਨ ਦਾ। ਕਹਿੰਦੇ ਉਹ ਗਿਆਨ ਰੂਪੀ ਫਲ ਲੱਗਣਾ ਹੈ। ਮਗਨ ਆਨੰਦ ਰਿਓ ਰਸ ਪੂਰਾ। ਕਹਿੰਦੇ ਜਦੋਂ ਉਹ ਫਲ ਖਾਧਾ ਗਿਆਨ ਦਾ,
ਫਿਰ ਉਸ ਗਿਆਨਾਨੰਦ ਦੇ ਰਸ ਵਿੱਚ ਮਗਨ ਹੋ ਗਿਆ, ਇੱਕ ਮਿਕ ਹੋ ਗਿਆ। ਅਸ ਵਿਚਾਰ ਮਨ ਤਜੋ ਵਿਕਾਰਾ। ਇਸ ਕਰਕੇ ਵਿਚਾਰ ਕਰਕੇ ਤੁਸੀਂ ਇਹ ਵਿਕਾਰ ਭੋਗਣੇ ਛੱਡੋ, ਕਿਉਂਕਿ ਇਹ ਲੋਕ ਵਿਕਾਰੀ ਸੀ ਜਿਹੜੇ ਇੱਥੇ ਰਹਿੰਦੇ ਸੀ। ਮਹਾਰਾਜ ਜੀ ਕਹਿੰਦੇ ਵਿਸ਼ੇ ਵਿਕਾਰ ਨੇ, ਇਹਨਾਂ ਵਿਕਾਰਾਂ ਦੇ ਭੋਗਾਂ ਦਾ ਸੁੱਖ ਤਿਆਗ ਕੇ ਇਸ ਆਤਮ ਆਨੰਦ ਨੂੰ ਮਾਣ ਨਾ ਕਰੋ। ਸਿਮਰੋ ਸਦਾ ਨਾਮ ਕਰਤਾਰਾ। ਔਰ ਸਦਾ ਉਸ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਇਹ ਉਪਦੇਸ਼ ਦੀਨ ਤਿਨ ਤਾਈ। ਇਹ ਪਵਿੱਤਰ ਪਾਵਨ ਉਪਦੇਸ਼ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਹਨਾਂ ਸੰਸਾਰ ਦੇ ਸਮਸਤ ਪ੍ਰਾਣੀਆਂ ਨੂੰ, ਕੱਲਾ ਉਹਨਾਂ ਨੂੰ ਨਹੀਂ ਦਿੱਤਾ, ਸਾਨੂੰ ਸਾਰਿਆਂ ਨੂੰ ਇਹ ਪਾਵਨ ਉਪਦੇਸ਼ ਦੇ ਕੇ ਨਿਵਾਜਦੇ ਹਨ। ਕਿਤਕ ਦਿਵਸ ਰਹਿ ਕਰ ਜਗ ਸਾਈ। ਜਗਤ ਦੇ ਸਾਈਂ, ਜਗਤ ਦੇ ਮਾਲਕ ਕੁਝ ਦਿਨ ਇਸ ਦੀਪ ਤੇ ਸ਼ਾਖ ਦੀਪ ਤੇ ਪਾਤਸ਼ਾਹ ਜੀ ਰਹੇ ਹਨ। ਬੋਰੋ ਕੀਨ ਗਮਨ ਆਗਾਰੀ। ਔਰ ਫਿਰ ਗਰੀਬ ਨਵਾਜ ਜੀ ਨੇ ਇੱਥੋਂ ਅੱਗੇ ਨੂੰ ਗਮਨ ਕੀਤਾ, ਚਾਲਾ ਮਾਰਿਆ। ਧਰਾ ਦੀਪ ਕੀ ਉਲੰਘੇ ਸਾਰੀ। ਇਸ ਸ਼ਾਖ ਦੀਪ ਦੀ ਜਿਹੜੀ ਧਰਾ ਹੈ ਸਾਰੀ ਪਾਤਸ਼ਾਹ ਜੀ ਲੰਘੇ ਹਨ। 32 ਜੋਜਨ ਥੋ ਵਿਸਤਾਰਾ। 32 ਜੋਜਨ ਤੱਕ ਇਹਦਾ ਵਿਸਥਾਰ ਸੀ, ਇਤਨਾ ਵਿਸ਼ਾਲ ਦੀਪ ਹੈ। ਮਦ ਸਾਗਰ ਕੋ ਆਏ ਕਰਾ। ਔਰ ਕਹਿੰਦੇ ਫਿਰ ਅੱਗੇ ਮੱਧ ਸਾਗਰ ਆਇਆ ਹੈ। ਮੱਧ ਸਮੁੰਦਰ ਜਿਹੜਾ ਵਿਚਕਾਰਲਾ ਮਧੂ ਭਾਗ ਸਮੁੰਦਰ ਦਾ ਕਿਹਾ ਜਾਂਦਾ, ਉਹ ਆਇਆ ਹੈ। ਦੀਪ ਸਮਾਨ ਹੁਤੋ ਪਰਮਾਨਾ। ਜਿੰਨਾ ਵੱਡਾ ਦੀਪ ਹੈ ਸ਼ਾਖ ਦੀਪ, ਓਨਾ ਹੀ ਵੱਡਾ ਇਹ ਸਮੁੰਦਰ ਹੈ। ਪਾਰ ਗਏ ਤੇ ਕਿਰਪਾ ਨਿਦਾਨਾ। ਸ਼ਾਖ ਦੇ ਫੋਰ ਚ ਉਸ ਸਮੁੰਦਰ ਨੂੰ ਪਾਰ ਕਰਕੇ ਚਲੇ ਗਏ। ਆਵਾ ਪੁਸ਼ਕਰ ਦੀਪ ਆਗਾਰੀ। ਅੱਗੇ ਇੱਕ ਦੀਪ ਆਇਆ, ਇਸ ਦੀਪ ਦਾ ਨਾਮ ਹੈ ਪੁਸ਼ਕਰ ਦੀਪ। ਇੱਕ ਪੁਸ਼ਕਰ ਤੀਰਥ ਹੈ ਖਾਲਸਾ ਜੀ ਇਧਰ ਰਾਜਸਥਾਨ ਦੇ ਵਿੱਚ। ਉੱਥੇ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਨੇ, ਕਲਗੀਧਰ ਜੀ ਨੇ ਵੀ ਚਰਨ ਪਾਏ ਨੇ, ਸੱਚਖੰਡ ਸ੍ਰੀ ਹਜੂਰ ਸਾਹਿਬ ਜਾਂਦੇ ਆ। ਪੁਸ਼ਕਰ ਬੜਾ ਵੱਡਾ ਤੀਰਥ ਹੈ, ਇੱਕੋ ਇੱਕ ਤੀਰਥ ਹੈ। ਬ੍ਰਹਮਾ ਜੀ ਦਾ ਪੂਰੇ ਸੰਸਾਰ ਭਰ ਵਿੱਚ ਇੱਕੋ ਮੰਦਿਰ ਹੈ, ਔਰ ਉਹ ਮੰਦਿਰ ਕੇਵਲ ਪੁਸ਼ਕਰ ਦੇ ਵਿੱਚ ਹੈ। ਬ੍ਰਹਮਾ ਜੀ ਦਾ ਮੰਦਿਰ ਹੈ, ਵੱਡਾ ਤੀਰਥ ਕਿਹਾ ਜਾਂਦਾ ਹੈ। ਉੱਥੇ ਵੀ ਸਤਿਗੁਰਾਂ ਨੇ ਚਰਨ ਪਾਏ ਨੇ। ਇੱਥੇ ਜਿਸ ਪੁਸ਼ਕਰ ਦੀ ਗੱਲ ਆ ਰਹੀ ਹੈ, ਦੀਪ ਕਰਕੇ ਨਾ ਜਨਮ ਸਾਖੀ ਵਿੱਚ ਆਇਆ ਹੈ ਕਿ ਸਤਿਗੁਰੂ ਜੀ ਪੁਸ਼ਕਰ ਦੀਪ ਤੇ ਗਏ ਹਨ। ਪਹੁੰਚੇ ਤੇ ਕੇ ਜਾਏ ਅਗਾਰੀ। ਪਾਤਸ਼ਾਹ ਇਸ ਨਗਰ ਦੇ ਵਿੱਚ ਜਦੋਂ ਆਏ, ਦੀਪ ਦੇ ਵਿੱਚ, ਰੁਚਰ ਬਿਲੋਕ ਨਗਰ ਤੇ ਮਾਈ। ਬੜਾ ਸੋਹਣਾ ਨਗਰ ਮਹਾਰਾਜ ਜੀ ਨੇ ਵੇਖਿਆ। ਸਤ ਨਾਮ ਉਪਦੇਸ਼ ਤਾਹੀ। ਇੱਥੇ ਵੀ ਸਤਿਗੁਰਾਂ ਨੇ ਸੱਚੇ ਨਾਮ ਦੇ ਜਾਪ ਜਪਣ ਦਾ ਉਪਦੇਸ਼ ਇਹਨਾਂ ਨੂੰ ਬਖਸ਼ਿਆ। ਕਰਨੀ ਸੰਤਨ ਸੇਵ ਸਿਖਾਈ। ਆਖਿਆ ਭਾਈ ਆਏ ਗਏ ਮਹਾਂਪੁਰਸ਼ਾਂ ਸੰਤਾਂ ਦੀ ਸੇਵਾ ਟਹਿਲ ਕਰਿਆ ਕਰੋ, ਸੰਤ ਜਨਾਂ ਦੀ ਸੰਗਤ ਕਰਿਆ ਕਰੋ, ਸੇਵਾ ਕਰਿਆ ਕਰੋ। ਪਾਓ ਭਗਤ ਅਭਿਰਾਮ ਦ੍ਰਿੜਾਈ। ਪ੍ਰੇਮਾ ਭਗਤੀ ਸਤਿਗੁਰੂ ਜੀ ਨੇ ਦ੍ਰਿੜ ਕਰਵਾਈ ਨਾ ਲੋਕਾਂ ਨੂੰ। ਤੈਂ ਤੇ ਚੱਲ ਪਹੁੰਚੇ ਪ੍ਰਭ ਤੇਵਾ। ਪਾਤਸ਼ਾਹ ਹੁਣ ਇੱਥੋਂ ਅੱਗੇ ਵਧੇ ਹਨ। ਉਤੋਂ ਸਪਤੋਂ ਸਾਗਰ ਜੇਵਾ। ਜਿੱਥੇ ਸਤਵਾਂ ਸਮੁੰਦਰ ਹੈ, ਤਟ ਪਰ ਠਾਂਡੇ ਕਿਰਪਾ ਨਿਦਾਨਾ। ਸਤਵੇਂ ਸਮੁੰਦਰ ਦੇ ਕੰਢੇ ਤੇ ਕਿਰਪਾ ਨਿਧਾਨ ਜੀ ਪਹੁੰਚੇ ਹਨ। ਮਰਦਾਨੀ ਕੋ ਬਚਨ ਬਖਾਨਾ। ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਸੁਣ, ਇਹੀ ਸਪਤਮੋ ਦੀਪ ਜਨੀਜੈ। ਆ ਸਤਵਾਂ ਦੀਪ ਹੈ ਮਰਦਾਨਿਆਂ। 6 ਦੀਪ ਪਿੱਛੇ ਮਹਾਰਾਜ ਜੀ ਜਾ ਆਏ ਹਨ। ਸ਼ਾਲਮਲੀ ਦੀਪ ਤੇ, ਸ਼ਾਖ ਦੀਪ ਤੇ, ਪੁਸ਼ਕਰ ਦੀਪ ਤੇ। ਇਸੇ ਤਰ੍ਹਾਂ ਮਹਾਰਾਜ ਜੀ ਸੱਚੇ ਪਾਤਸ਼ਾਹ ਹੁਣ ਜਿਹੜੇ ਦੀਪ ਤੇ ਆਏ, ਸਤਵਾਂ ਦੀਪ ਦੱਸਦੇ ਹਨ। 64 ਲੱਖ ਜੋਜਨ ਲੱਖ ਲੀਜੈ। ਮਹਾਰਾਜ ਜੀ ਕਹਿੰਦੇ 64 ਲੱਖ ਜੋਜਨ ਤੱਕ ਇਸ ਸਤਵੇਂ ਦੀਪ ਦਾ ਵਿਸਥਾਰ ਹੈ ਮਰਦਾਨਿਆਂ। ਇਸ ਸਮਾਨ ਇਹ ਸਾਗਰ ਜਾਨੋ। ਇਹਦੇ ਬਰਾਬਰ ਹੀ ਇਹ ਸਮੁੰਦਰ ਹੈ, ਇਤਨੇ ਵਿਸ਼ਾਲ ਰੂਪ ਵਾਲਾ। ਮਿਸ਼ਟ ਨੀਰ ਕੋ ਸਰਬ ਪਛਾਨੋ। ਮਰਦਾਨਿਆਂ ਇਸ ਸਮੁੰਦਰ ਦੇ ਪਾਣੀ ਦੀ ਖਾਸੀਅਤ ਹੈ ਕਿ ਇਹਦਾ ਪਾਣੀ ਇੱਥੇ ਮਿੱਠਾ ਹੈ, ਇਹ ਮਿਠਾਸ ਵਾਲਾ ਪਾਣੀ ਹੈ। ਸੁਣ ਕੇ ਪ੍ਰਸ਼ਨ ਕੀਨ ਮਰਦਾਨੀ। ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਬੋਲੇ, ਇਸ ਤੇ ਪਰਾ ਕਿਆ ਕਰੋ ਬਖਾਨੀ। ਮਹਾਰਾਜ ਇਹ 7 ਦੀਪ ਆਪ ਜੀ ਨੇ ਵਿਖਾ ਦਿੱਤੇ, ਇਸ ਤੋਂ ਪਰੇ ਹੋਰ ਕੀ ਆ ਉਹ ਵੀ ਦੱਸ ਦਿਓ। ਰਹੇ ਕੌਣ ਕੈਸੀ ਹੈ ਧਰਨੀ। ਮਹਾਰਾਜ ਇਹ
ਇਸ ਤੋਂ ਪਰੇ ਕੌਣ ਹੈ ਤੇ ਕਿਹੋ ਜੀ ਧਰਤੀ ਹੈ। ਪਹੁੰਚੇ ਤਾਂ ਕੌਣ ਕਰ ਕਰਨੀ, ਤੇ ਉੱਥੇ ਕਿਹੜੀ ਕਰਨੀ ਕਰਕੇ ਪਹੁੰਚਦੇ ਹਨ। ਅੰਤਰਜਾਮੀ ਗਿਰਾ ਉਚਾਰੀ, ਮਹਾਰਾਜ ਜੀ ਬੋਲੇ ਕਹਿਣ ਲੱਗੇ ਅੰਤਰਜਾਮੀ ਸਤਿਗੁਰੂ ਸੁਰ ਨਰ ਦਾਨਵ ਕੋ ਨਾ ਅਗਾਰੀ। ਮਹਾਰਾਜ ਜੀ ਕਹਿੰਦੇ ਮਰਦਾਨਿਆ ਇੱਥੋਂ ਅੱਗੇ ਜਦ ਕੋਈ ਸੁਰ ਨਹੀਂ ਦੇਵਤਾ ਨਰ ਦਾਨਵ ਕੋਈ ਨਹੀਂ। ਕੰਚਨ ਕੀ ਚਿਤ ਕੇਤਕ ਜਾਨਾ, ਅੱਗੇ ਸੋਨੇ ਦੀ ਧਰਤੀ ਦੱਸੀ ਜਾਂਦੀ ਹੈ। ਕਹਿੰਦੇ ਪਰੇ ਪਹਾੜ ਮਹਾਨ, ਉਸ ਤੋਂ ਪਰੇ ਪਹਾੜ ਹਨ। ਲੋਕਾ ਲੋਕ ਨਾਮ ਹੈ ਜਾਂ ਕੋ, ਲੋਕਾ ਲੋਕ ਕਹਿੰਦੇ ਹਨ। ਸੱਤ ਦੀਪਾਂ ਤੋਂ ਪਰੇ ਜਿਹੜੀ ਇਹ ਜਗ੍ਹਾ ਦੱਸੀ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਨੂੰ ਲੋਕਾ ਲੋਕ ਦੱਸਦੇ ਹਨ। ਬਹੁ ਵਿਸਤਾਰ ਜਾਣੀਏ ਤਾਂ ਉਰੇ ਜਿਹੜਾ ਲੋਕਾ ਲੋਕ ਹੈ ਇਹਦਾ ਬੜਾ ਵੱਡਾ ਵਿਸਥਾਰ ਹੈ ਮਰਦਾਨਿਆਂ, ਅੰਤ ਕੋਈ ਨਹੀਂ ਪਰਮੇਸ਼ਰ ਦੇ ਬਣਾਏ ਇਸ ਪਸਾਰੇ ਦਾ। ਜੋ ਫੇਰੇ ਦੀਪਨ ਕੇ ਸੋ, ਇਹ ਚਾਰੇ ਪਾਸੇ ਦੀਪਾਂ ਦੇ ਵਸਦਾ ਹੈ ਲੋਕਾ ਲੋਕ। ਇਸ ਤੇ ਪਰੇ ਨ ਅਵਨੀ ਕੋ, ਤੇ ਉਸ ਤੋਂ ਪਰੇ ਧਰਤੀ, ਇਸ ਧਰਤੀ ਹੋਰ ਪਰਾ ਹੋਰ ਦੀ ਖੇਡ ਹੈ। ਪਰ ਇੱਥੇ ਜੇ ਤੂੰ ਕਵੇਂ ਜਿੱਥੇ ਤੂੰ ਹੁਣ ਪੁੱਛਦਾ ਇਸ ਤੋਂ ਪਰੇ ਧਰਤੀ ਨਹੀਂ ਹੈ, ਪਰ ਇਸ ਬ੍ਰਹਿਮੰਡ ਤੋਂ ਪਰੇ ਹੋਰ ਕਈ ਬ੍ਰਹਿਮੰਡ ਨੇ ਜਿੱਥੇ ਹੋਰ ਕਈ ਧਰਤੀਆਂ ਨੇ। ਜਿੱਥੇ ਹੁਣ ਤੂੰ ਖੜਾ ਪੁੱਛਦਾ ਇੱਥੋਂ ਪਰੇ ਲੋਕਾ ਲੋਕ ਹੈ। ਸੋਨੇ ਦੀ ਧਰਤੀ ਦੱਸੀ ਜਾਂਦੀ ਹੈ, ਪਹਾੜ ਨੇ। ਏਦਾਂ ਦੀ ਧਰਤੀ ਨਹੀਂ ਹੈ ਮੈਦਾਨੀ ਜਿਵੇਂ ਤੂੰ ਵੇਖਦਾ। ਇਸ ਤੇ ਉਰੇ ਪ੍ਰਕਾਸ਼ੇ ਸਾਰੇ, ਆ ਜਿਹੜਾ ਚੰਦਰਮਾ ਤੇ ਸੂਰਜ ਹੈ ਇਹਨਾਂ ਦਾ ਪ੍ਰਕਾਸ਼ ਇੱਧਰ ਹੀ ਹੈ। ਇਹ ਸੂਰਜ, ਕਿਉਂਕਿ ਹੁਣ ਜਿਹੜੀ ਗੱਲ ਹੋ ਰਹੀ ਹੈ ਸੂਰਜ ਜਿੱਥੇ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਜਿਹੜੀ ਇਹ ਧਰਤੀ ਤੇ ਪਹੁੰਚ ਰਹੀ ਹੈ ਉਸ ਤੋਂ ਪਰੇ ਦੀ ਬਾਤ ਹੋ ਰਹੀ ਹੈ। ਮਾਰ ਤੰਡ ਸਾਗਰ ਸੁਤ ਤਾਰੇ, ਮਹਾਰਾਜ ਜੀ ਕਹਿੰਦੇ ਮਾਰ ਤੰਡ ਸੂਰਜ ਤਾਰੇ ਆਦਿਕ ਪਰੇ ਨਾ ਕੋ ਹੋਏ ਪ੍ਰਕਾਸ਼ਾ, ਇਸ ਤੋਂ ਪਰੇ ਉਹਨਾਂ ਦਾ ਪ੍ਰਕਾਸ਼ ਨਹੀਂ ਹੈ। ਗਾਡੋ ਬਡੋ ਅੰਧੇਰੋ ਰਾਸਾ, ਅੱਗੇ ਮਰਦਾਨੇ ਅੰਧਕਾਰ ਹੀ ਅੰਧਕਾਰ ਹੈ, ਗਾਢਾ ਹਨੇਰਾ ਹੈ। ਦੋਹਰਾ ਜੇ ਦਵਾਦਸ਼ ਸੂਰਜ ਚੜੇ ਸਰਬ ਸ਼ਾਮ ਹੋਏ ਜਾਏ। ਜਿਹੜੀ ਜਗ੍ਹਾ ਦੀ ਗੱਲ ਮਰਦਾਨੇ ਅਸੀਂ ਕਰ ਰਹੇ ਹਾਂ ਤੇਰੇ ਪਾਸ, ਉੱਥੇ ਜੇ ਇਹੋ ਜੇ 12 ਸੂਰਜ ਵੀ ਚੜ ਜਾਣ ਤੇ ਉਹ ਵੀ ਕਾਲੇ ਪੈ ਜਾਣ ਤਾਂ ਵੀ ਉਹਨਾਂ ਦੀ ਰੋਸ਼ਨੀ ਨਹੀਂ ਹੁੰਦੀ, ਇੰਨਾ ਗਾੜਾ ਹਨੇਰਾ। ਇਹੋ ਜੀ ਅੱਗੇ ਪ੍ਰਕਿਰਤੀ ਹੈ। ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਦਾ ਬ੍ਰਹਿਮੰਡ ਬਣਾਇਆ ਹੋਇਆ ਹੈ ਕਿ ਇਹੋ ਜੇ ਸੂਰਜਾਂ ਦੇ 12 ਸੂਰਜ ਵੀ ਉੱਥੇ ਚੜ ਜਾਣ ਤੇ ਵੀ ਕਾਲੇ ਪ੍ਰਤੀਤ ਹੋਣ, ਉੱਥੇ ਇਹਨਾਂ ਦੀ ਰੋਸ਼ਨੀ ਨਾ ਹੋਵੇ। ਅਬ ਚੱਲ ਜੰਬੂ ਦੀਪ ਕੋ ਧਾਰ ਧਰਤ ਪੁਨੀਤ ਸੁਹਾਏ। ਚੱਲ ਮਰਦਾਨਿਆ ਹੁਣ ਤੈਨੂੰ ਜੰਬੂ ਦੀਪ ਤੇ ਲੈ ਕੇ ਚੱਲੀਏ, ਜਿਹੜਾ ਇਹਨਾਂ 7 ਦੀਪਾਂ ਚੋਂ ਸਭ ਤੋਂ ਉੱਤਮ ਦੀਪ ਕਿਹਾ ਜਾਂਦਾ ਹੈ। ਜਿਵੇਂ 9 ਖੰਡਾਂ 'ਚ ਭਾਰਤ ਖੰਡ ਉੱਤਮ ਹੈ, ਮਹਾਰਾਜ ਜੀ ਕਹਿੰਦੇ ਏਦਾਂ 7 ਦੀਪਾਂ ਵਿੱਚੋਂ ਜਿਹੜਾ ਸਭ ਤੋਂ ਉੱਤਮ ਦੀਪ ਹੈ ਜੰਬੂ ਦੀਪ। ਚੱਲ ਮਰਦਾਨਿਆ ਹੁਣ ਤੈਨੂੰ ਉੱਥੇ ਲੈ ਕੇ ਚੱਲੀਏ। ਜੋ ਪਈ ਅਸ ਕੈ ਸ਼੍ਰੀ ਗੁਰ ਲੀਨੀ ਉਡਾਰੀ। ਇਦਾਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 7 ਕਰਤਾਰ ਕਿਹਾ, ਉਡਾਰੀ ਲਈ। ਜੰਬੂ ਆਵਨ ਇੱਛਾ ਤਾਰੀ, ਔਰ ਜੰਬੂ ਦੀਪ ਤੇ ਜਾਣ ਦੀ ਇੱਛਾ ਕੀਤੀ। ਮਨ ਚਿਤਵਨ ਜਿਉ ਤਹਾਂ ਸਿਦਾਏ। ਇਨਾ ਚਿਰ ਚ ਮਨ ਚ ਸੋਚਿਆ ਵੀ ਜੰਬੂ ਦੀਪ ਜਾਣਾ, ਬਸ ਇਹ ਸੋਚਿਆ ਹੀ, ਉਹਨੇ ਚਿਰ ਚ ਮਹਾਰਾਜ ਜੀ ਉੱਥੇ ਪਹੁੰਚ ਵੀ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੇ ਚਿਰ ਲਈ ਬਸ ਚਿਤਵਨੀ ਕੀਤੀ ਵੀ ਜਾਣਾ, ਪਹੁੰਚ ਵੀ ਗਏ। ਇਤਨਾ ਸਮਾਂ ਲੱਗਾ, ਕਦੇ ਤੇ ਅੱਜ ਤੱਕ ਵੀ ਉਹ ਧਰਤੀਆਂ ਦੀ ਭਾਲ ਅਸੀਂ ਨਹੀਂ ਕਰ ਸਕੇ ਜਿੱਥੇ ਜਿੱਥੇ ਮੇਰੇ ਸਾਹਿਬ ਗਏ। ਉੱਥੇ ਤੱਕ ਗਮਿਆਤਾ ਹੀ ਨਹੀਂ ਹੈ। ਜੈ ਕਹਿ ਸੰਗਤ ਇਨ ਕੀ ਹੇਰੀ, ਪੀਰ ਕਹਿੰਦਾ ਸੀ ਬਗਦਾਦ ਵਾਲਾ, ਕਹਿੰਦਾ ਲੱਖਾਂ ਪਤਾਲ ਲੱਖਾਂ ਆਕਾਸ਼ ਵੇਖੇ, ਜਿੱਥੇ ਜਾਂਦੇ ਉਹਨਾਂ ਦੇ ਸਿੱਖ ਸੀ, ਇਹਨਾਂ ਦੇ ਨਿਸ਼ਾਨ ਝੂਲਦੇ ਸੀ। ਹੈਰਾਨੀ ਸੀ, ਇਹਨਾਂ ਦੀ ਪੂਜਾ ਹਰ ਜਗ੍ਹਾ ਤੇ ਹੁੰਦੀ ਸੀ। ਕਿਉਂ ਨਾ ਹੋਵੇ, ਸਾਰੇ ਬ੍ਰਹਿਮੰਡ ਦੇ ਮਾਲਕ ਜੋ ਠਹਿਰੇ ਗੁਰੂ ਨਾਨਕ ਸਾਹਿਬ, ਸੁਆਮੀ ਜੋ ਠਹਿਰੇ। ਪਾਤਸ਼ਾਹ ਜੀ ਕਹਿੰਦੇ ਜਦੋਂ ਇੰਨਾ ਕੀ ਫੁਰਨਾ ਕੀਤਾ ਤੇ ਜੰਬੂ ਦੀਪ ਆ ਪਹੁੰਚੇ। ਸਰਬ ਦੀਪ ਤਜ ਕਰ ਸੋ ਆਏ। ਸਾਰੇ ਦੀਪਾਂ ਨੂੰ ਛੱਡ ਕੇ ਮਹਾਰਾਜ ਜੀ ਜੰਬੂ ਦੀਪ ਪਹੁੰਚੇ ਨੇ। ਇੱਥੋਂ ਦੇ ਪ੍ਰਾਣੀਆਂ ਨੂੰ ਮੁਕਤ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਿੱਧਾਂ ਨਾਲ ਗੋਸ਼ਟੀ ਹੋ ਰਹੀ ਹੈ, ਸਿੱਧਾਂ ਨਾਲ ਵਿਚਾਰ ਹੋ ਰਹੀ ਹੈ। ਉਹ ਪਾਵਨ ਪ੍ਰਸੰਗ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਜਗਤ ਗੁਰੂ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੁਰਨ ਹੈ ਸਰਬ ਮੈਂ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਬੀਤ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ